तकनीकी सिक्ख्या उद्योग सिखलाई विभाग पंजाब ITI विच ऑनलाइन दाखले शुरू आ। मेहरचंद उद्योग सिखलाई संस्था जलंधर सरकारी संस्था विच अपने जिहड़े गरीब कोई भी बच्चे आ वो इहदे विच किवें लाभ लै सकदे आ। आपां अज जाणांगे सिंह साहब जिहड़े कि इत्थे दे इंचार्ज आ। हाँ जी सर। मैं तरलोचन सिंह वीडियो गवर्नमेंट मेहरचंद ITI जलंधर ग्लोबल अवेयरनेस न्यूज़ चैनल साडे कोल अज आए आ। ਇਹਨਾਂ ਨੂੰ ਅਸੀਂ ਆਪਣੇ ਕੋਰਸਾਂ ਦੇ ਬਾਰੇ ਵਿੱਚ ਪੂਰੀ ਡਿਟੇਲ ਦੇ ਨਾਲ ਦੱਸਾਂਗੇ ਕਿ ਸਾਡੇ ITI ਦੇ ਵਿੱਚ ਫ੍ਰੀ ਕੋਰਸ ਚੱਲ ਰਹੇ। ਵੱਖ-ਵੱਖ ਟ੍ਰੇਡਾਂ ਦੇ ਵਿੱਚ ਜਿਸ ਤਰ੍ਹਾਂ ਇਲੈਕਟ੍ਰੀਸ਼ਨ ਹੈ, ਸਾਡੇ ਕੋਲ ਐਵੀਏਸ਼ਨ ਦੀ ਕੰਡੀਸ਼ਨ ਆ, ਮੋਟਰ ਮਕੈਨਿਕ ਆ, ਟਰਨਰ ਆ, ਮਸ਼ੀਨਿਸਟ ਆ, ਫਿਟਰ ਆ, ਵੈਲਡਰ, ਕਾਰਪੈਂਟਰ, ਪਲੰਬਰ ਤੇ RAC ਤੇ ਡਰਾਫਟਮੈਨ, ਸਿਵਲ ਡਰਾਫਟਮੈਨ, ਮਕੈਨੀਕਲ। ਇਹਨਾਂ ਦੇ ਜਿਹੜੇ ਸਾਡੇ SC ਬੱਚੇ ਆ ਉਹ ਓਨਲੀ 100 ਰੁਪਏ ਫੀਸ ਦੇ ਨਾਲ ਹੀ ਸਾਡੇ ਕੋਲ ਐਡਮਿਸ਼ਨ ਲੈ ਸਕਦੇ ਹਨ। ਜਿਹੜੇ ਸਾਡੇ ਕੋਲ ਜਨਰਲ ਬੱਚੇ ਹਨ ਜਾਂ BC ਬੱਚੇ ਹਨ ਉਹ 3450 ਰੁਪਏ ਸਾਲ ਦੀ ਫੀਸ ਆ। ਅਸੀਂ ਉਹ ਕੁਆਟਰਲੀ ਲੈ ਰਹੇ ਹਾਂ। ਪਹਿਲਾਂ 1200 ਰੁਪਏ, ਬਾਕੀ 2-3 ਕੁਆਟਰਾਂ ਦੇ ਵਿੱਚ 750 ਕਰਕੇ ਅਸੀਂ ਲੈ ਰਹੇ ਹਾਂ। ਅਤੇ ਅਸੀਂ 97 ਸਾਡੀ ਉਹ ਐਡਮਿਸ਼ਨਾਂ ਅੱਜ ਤਾਈਂ ਹੋ ਗਈਆਂ, ਜਿਹਦੇ ਵਿੱਚੋਂ 47 ਦੇ ਡਾਕੂਮੈਂਟ ਸਾਡੇ ਇੰਸਟੀਚਿਊਟ ਦੇ ਵਿੱਚ ਬੱਚੇ ਜਮ੍ਹਾਂ ਕਰਵਾ ਗਏ ਹਨ। ਅਤੇ ਹੁਣ ਅਸੀਂ ਸਾਰੇ ਇੰਸਟ੍ਰਕਟਰਾਂ ਨੂੰ ਪਿੰਡਾਂ ਦੇ ਵਿੱਚ ਬਾਹਰ ਭੇਜਦੇ ਹਾਂ ਅਤੇ ਉਹ ਘਰ ਘਰ ਜਾ ਕੇ ਬੱਚਿਆਂ ਨੂੰ ਇਕੱਠਾ ਕਰਦੇ ਆ। ਅਸੀਂ DST ਦੇ ਵਿੱਚ ਵੀ ਸਾਡੀ ਐਡਮਿਸ਼ਨ ਬਹੁਤ ਚੰਗੀ ਹੋ ਰਹੀ ਹੈ। ਉਹਦੇ ਨਾਲ ਡਿਊ ਟ੍ਰੇਨਿੰਗ ਸਿਸਟਮ ਆ ਸ਼ੁਰੂ ਕੀਤਾ ਸਰਕਾਰ ਨੇ ਇਸੇ ਕਰਕੇ। ਜਿਹੜੀ ਵੀ ਸਰਕਾਰ ਨੂੰ ਫੀਸ ਆ ਬਹੁਤ ਘੱਟ ਹੈਗੀ ਹੈ। ਸਾਡੇ ਜਿਹੜੇ ਸਟਾਫ ਮੈਂਬਰ ਆ ਉਹ ਘਰ ਪਿੰਡਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਲਿਆ ਰਹੇ ਆ। ਉਹ ਸਾਡੇ ਦਾਖਲਾ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਬਾਕੀ ਸਾਡਾ ਸਾਰਾ ਸਟਾਫ ਬਹੁਤ ਹੀ ਮਿਹਨਤ ਕਰ ਰਿਹਾ ਅਤੇ ਐਡਮਿਸ਼ਨ ਅਸੀਂ ਬਹੁਤ ਜ਼ਿਆਦਾ ਕਰਕੇ 100% ਸਾਨੂੰ ਟਾਰਗੇਟ ਦਿੱਤਾ ਸਰਕਾਰ ਨੇ, ਅਸੀਂ ਉਹਦੇ ਮੁਤਾਬਕ ਐਡਮਿਸ਼ਨ ਕਰ ਰਹੇ ਹਾਂ। ਅਤੇ ਜੇਕਰ ਸਾਡੇ ਪ੍ਰੋਬਲਮ ਇਹ ਆ ਕਿ ਆਨਲਾਈਨ ਸਾਰੀ ਐਡਮਿਸ਼ਨ ਹੈ, ਸਾਡੇ ਕੋਲ ਕੁਛ ਵੀ ਹੈ ਨਹੀਂ ਜਿਹੜਾ ਵੀ ਅਸੀਂ ਕਰ ਸਕਦੇ। ਬੱਚੇ ਨੂੰ ਅਸੀਂ ਗਾਈਡਲਾਈਨ ਦਿੰਦੇ ਹਾਂ ਵੀ ਆਪਣੇ ਮੋਬਾਈਲ ਦੇ ਵਿੱਚੋਂ ਜਾ ਕੇ ਆਨਲਾਈਨ ਐਡਮਿਸ਼ਨ ਕਰਨੀ ਹੈ ਕਰਕੇ ਸਾਡੇ ਕੋਲ ਤੁਸੀਂ ਜਿਹੜੇ ਵੀ ਡਾਕੂਮੈਂਟ ਲੈ ਕੇ ਸਾਡੇ ਕੋਲ ਲਿਆਉਣੇ ਆ ਅਤੇ ਤੁਹਾਡੀ ਚੁਆਇਸ ਵੀ ਬੱਚੇ ਨੇ ਫਿਲ ਕਰਨੀ ਹੈ। ਔਰ ਵੱਖ-ਵੱਖ ਕੋਰਸਾਂ ਦੇ ਵਿੱਚ ਵੱਖਰੇ ਜਿਹੜੇ ਬੱਚੇ ਆ ਉਹ ਅਪਲਾਈ ਕਰਕੇ ਸਾਡੇ ਕੋਲ ਪਹੁੰਚਦੇ ਆ। 47 ਬੱਚੇ ਸਾਡੇ ਕੋਲ ਟੋਟਲ ਅੱਜ ਆ ਗਏ ਆ ਹੁਣ ਤਾਈਂ, ਜਦੋਂ ਕਿ 97 ਬੱਚਿਆਂ ਦੀ ਐਡਮਿਸ਼ਨ ਪੋਰਟਲ ਦੇ ਉੱਤੇ ਹੋਈ ਹੈ। ਬਾਕੀ ਬੰਦਿਆਂ ਨੂੰ ਅਸੀਂ ਘਰ ਘਰ ਫੋਨ ਕਰ ਰਹੇ ਹਾਂ, ਉਹਨਾਂ ਨੂੰ ਮੋਬਾਈਲ 'ਤੇ ਫੋਨ ਕਰ ਰਹੇ ਹਾਂ ਕਿ ਸਾਡੇ ਕੋਲ ਜਲਦੀ ਤੋਂ ਜਲਦੀ ਆਪਣੀਆਂ ਫੀਸਾਂ ਆ ਕੇ ਜਮ੍ਹਾਂ ਕਰਾਓ ਅਤੇ ਅਸੀਂ ਦਾਖਲੇ ਨੂੰ ਸੁਚੱਜੇ ਢੰਗ ਨਾਲ ਕੰਪਲੀਟ ਕਰੀਏ। ਇਹ ਇੱਕ ਤੁਹਾਡੇ ਕੋਲ ਜਾਣਨਾ ਚਾਹਾਂਗੇ ਵੀ ਇਹ ਜਿਹੜੀ ਐਡਮਿਸ਼ਨ ਆਨਲਾਈਨ ਹੀ ਹੁੰਦੀ ਆ ਜਾਂ ਕੋਈ ਬੰਦਾ ਕਈ ਵਾਰ ਕਹਿੰਦਾ ਚਲੋ ਮੈਂ ਕਰਵਾ ਦਿੰਦਾ ਜੀ ਤੁਸੀਂ ਇੰਨੇ ਪੈਸੇ ਦੇ ਦਿਓ, ਉਹ ਇਦਾਂ ਤਾਂ ਨਹੀਂ ਹੁੰਦਾ ਕੁਛ? ਇਹ ਜਿਹੜੀ ਐਡਮਿਸ਼ਨ ਆ ਆਨਲਾਈਨ ਹੀ ਹੋ ਰਹੀ ਹੈ। ਸਾਡੀ ਵੈਬਸਾਈਟ 'ਤੇ ਬੱਚੇ ਨੇ ਜਾਣਾ ਹੈ ਪੰਜਾਬ ਸਰਕਾਰ ਦੇ, ਔਰ ਉੱਤੇ ਜਾ ਕੇ ਉਹ ਬੱਚੇ ਨੇ ਅਪਲਾਈ ਕਰਨਾ ਔਰ ਉਸੇ ਤਰ੍ਹਾਂ ਹੀ ਐਡਮਿਸ਼ਨ ਹੋਣੀ ਹੈ। ਨਾ ਕੋਈ ਵੀ ਬਾਹਰੋਂ ਪੈਸਾ ਨਹੀਂ ਲੈ ਸਕਦਾ, ਕੁਛ ਨਹੀਂ। ਬੱਚੇ ਨੇ ਫੀਸ ਜਮ੍ਹਾਂ ਕਰਕੇ ਸਾਡੇ ਕੋਲ ਡਾਕੂਮੈਂਟ ਕੱਢ ਕੇ ਲਿਆਉਣੇ ਆ। ਇੱਥੇ ਕੁੱਲ ਸੀਟਾਂ ਕਿੰਨੀਆਂ ਜੀ? ਸਾਨੂੰ ਟਾਰਗੇਟ 600 ਬੱਚੇ ਦਾ ਦਿੱਤਾ ਆ। ਉਹਦੇ ਵਿੱਚੋਂ ਸਾਡੇ ਕੋਲ 150 ਬੱਚੇ ਨੇ ਅਪਲਾਈ ਕੀਤਾ ਆ। ਹਜੇ ਤਾਈਂ ਸਾਡੇ ਕੋਲ ਰਿਜ਼ਲਟ ਜਿਹੜਾ ਆਇਆ ਆ ਉਹ 97 ਬੱਚਿਆਂ ਦਾ ਆਇਆ ਆ। ਉਹ ਬੱਚਿਆਂ ਦੀ ਆਲਰੇਡੀ ਐਡਮਿਸ਼ਨ ਚੱਲ ਰਹੀ ਆ। ਕੋਰਸ ਕੀ ਆ ਜੀ? ਕਿਹੜੇ ਸਾਡੇ ਕੋਲ ਕੋਰਸ ਇਲੈਕਟ੍ਰੀਸ਼ਨ, RAC, ਰੈਫੀਏਸ਼ਨ ਏਅਰ ਕੰਡੀਸ਼ਨ, ਮੋਟਰ ਮਕੈਨਿਕ, ਵੈਲਡਰ, ਫਿਟਰ, ਟਰਨਰ, ਮਸ਼ੀਨਿਸਟ, ਕਾਰਪੈਂਟਰ, ਡਰਾਫਟਮੈਨ, ਸਿਵਲ ਡਰਾਫਟਮੈਨ, ਮਕੈਨੀਕਲ। ਸਾਨੂੰ ਕੁਛ ਕੋਰਸ ਨਵੇਂ ਮਿਲ ਗਏ ਆ, ਜਿਸ ਤਰ੍ਹਾਂ ਸਰਵੇਅਰ ਆ, ਇਲੈਕਟ੍ਰੋਨਿਕ ਹੈ ਔਰ ਸਵਿਮ ਟੈਕਨੋਲੋਜੀ ਦਾ ਹੈ। ਇਹ ਸਾਨੂੰ 3-4 ਕੋਰਸ ਨਵੇਂ ਮਿਲ ਗਏ ਆ। ਉਹਨਾਂ ਵਿੱਚ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਟੈਨੋਗ੍ਰਾਫੀ ਇੰਗਲਿਸ਼ ਹੈ, ਜਿਸ ਤਰ੍ਹਾਂ ਕਿ ਹਰ ਦਫ਼ਤਰ ਦੇ ਵਿੱਚ ਸਟੈਨੋਟਾਈਪਿਸਟ ਦੀਆਂ ਪੋਸਟਾਂ ਵਿਹਲੀਆਂ ਹੈ, ਸਾਡੇ ਬੱਚੇ ਕਰਨਗੇ ਅਤੇ ਉਹ ਦਫ਼ਤਰਾਂ ਵਿੱਚ ਜਾ ਕੇ ਵਧੀਆ ਜੋਬ ਕਰਨਗੇ। ਇਹ ਜਿਹੜੇ SC ਪੋਸਟ ਮੈਡੀਕਲ ਸਕਾਲਰਸ਼ਿਪ ਤੇ ਉਹਨਾਂ ਦੀ ਫੀਸ ਕਿੰਨੀ ਹੈ? ਸਾਡੇ ਜਿਹੜਾ SC ਬੱਚੇ ਆ ਉਹਨਾਂ ਦੀ 100 ਰੁਪਈਆ ਫੀਸ ਆ। ਓਨਲੀ 100 ਰੁਪਈਆ ਰਜਿਸਟ੍ਰੇਸ਼ਨ ਦਾ, 100 ਰੁਪਈਆ ਫੀਸ ਆ, ਬਾਕੀ ਫਰੀ ਹੈ ਜੀ। ਤੇ ਜਿਹੜੇ BC ਹੈ? BC ਦੀ ਜਿਹੜੀ ਉਹ 3450 ਰੁਪਈਏ ਫੀਸ ਆ ਜੀ। ਤੇ ਜਿਹੜੇ ਜਨਰਲ ਕਾਸਟ ਦੇ ਆ? ਉਹਨਾਂ ਦੀ ਵੀ 3450 ਰੁਪਏ ਫੀਸ ਹੈਗੀ ਹੈ ਜੀ। ਤੇ ਕੋਰਸ ਮਤਲਬ ਸਾਲ ਦਾ ਹੈ ਜਾਂ 2 ਸਾਲ ਦਾ? ਜਿਹੜੇ ਵੈਲਡਰ, ਕਾਰਪੈਂਟਰ, ਟਰੈਕਟਰ ਮਕੈਨਿਕ ਤੇ ਪਲੰਬਰ ਉਹ 1 ਸਾਲ ਦੇ ਹੈਗੇ ਆ। ਜਿਹੜੇ ਰੈਫ੍ਰਿਜਰੇਸ਼ਨ, ਏਅਰ ਕੰਡੀਸ਼ਨ, ਟਰਨਰ, ਮਸ਼ੀਨਿਸਟ, ਫਿਟਰ, ਮੋਟਰ ਮਕੈਨਿਕ, ਸਿਵਲ ਡਰਾਫਟਮੈਨ, ਮਕੈਨੀਕਲ, ਸਰਵੇਅਰ, ਇਲੈਕਟ੍ਰੋਨਿਕ, ਇਹ ਸਾਰੇ 2 ਸਾਲ ਦੀ ਕੋਰਸ ਹੈਗੇ।
ਮਤਲਬ ਉਹ ਤੁਸੀਂ ਸਾਰਿਆਂ ਨੂੰ ਗਵਰਨਮੈਂਟ NCVT ਸਰਟੀਫਿਕੇਟ ਦਊਗੀ ਜੀ। ਧੰਨਵਾਦ ਜੀ। ਤਕਨੀਕੀ ਸਿੱਖਿਆ ਅਤੇ ਉਦਯੋਗ ਸਿਖਲਾਈ ਵਿਭਾਗ ਪੰਜਾਬ IT ਵਿੱਚ ਆਨਲਾਈਨ ਦਾਖਲਾ ਸ਼ੁਰੂ। ਮੇਹਰਚੰਦ ਉਦਯੋਗ ਸਿਖਲਾਈ ਸੰਸਥਾ ਜਲੰਧਰ ਸਰਕਾਰੀ ਸੰਸਥਾ ਇਹ। ਅਸੀਂ ਦਿਲਬਾਗ ਸਿੰਘ ਜੀ ਉਹਨਾਂ ਕੋਲ ਜਾਣਾਂਗੇ ਕਿ ਜਿਹੜੀ ਐਡਮਿਸ਼ਨ ਕਰਨ ਦਾ ਜਿਹੜੇ ਬੱਚੇ ਉਹ ਐਡਮਿਸ਼ਨ ਕਿੱਦਾਂ ਆਨਲਾਈਨ ਜਾ ਕੇ ਕਰਨਗੇ, ਉਹਦੇ ਪ੍ਰੋਸੈਸ ਬਾਰੇ ਇਹਨਾਂ ਕੋਲ ਸਮਝਾਂਗੇ। ਮੈਂ ਦਿਲਬਾਗ ਸਿੰਘ ਪਲੇਸਮੈਂਟ ਅਫਸਰ ਗਵਰਨਮੈਂਟ ITI ਮੇਹਰਚੰਦ ਜਲੰਧਰ। ਸਭ ਤੋਂ ਪਹਿਲਾਂ ਤਾਂ ਮੈਂ ਗਲੋਬਲ ਅਵੇਅਰਨੈਸ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਹੜਾ ਇਹ ਸਾਡੇ ਕੋਲ ਇੱਥੇ ਆਏ ਆ ਤੇ ਇਹ ਜੋ ਸਰਕਾਰ ਦੀਆਂ ਸਕੀਮਾਂ ਆ ਉਹ ਵੱਧ ਤੋਂ ਵੱਧ ਜੋ ਬੱਚਿਆਂ ਕੋਲ ਜਾਂ ਲੋਕਾਂ ਦੇ ਵਿੱਚ ਉਹ ਪਹੁੰਚਣ ਤਾਂ ਕਿ ਬੱਚੇ ਜਿਹੜੇ ਆ ਅਵੇਅਰ ਹੋਣ ਤੇ ਕੋਰਸ ਕਰਨ, ਜਿਹੜੀ ਬੇਰੁਜ਼ਗਾਰੀ ਆ ਉਹਨੂੰ ਖਤਮ ਕੀਤਾ ਜਾ ਸਕੇ। ਬੱਚਿਆਂ ਨੂੰ ਜਿਹੜਾ ਆ ਨਸ਼ਿਆਂ ਨੂੰ ਜਿਹੜਾ ਆ ਉਹ ਕੱਢ ਕੇ ਇੱਕ ਰੋਜ਼ਗਾਰ ਵਾਲੇ ਪਾਸੇ ਜਾਂ ਸਹੀ ਪਾਸੇ ਵੱਲ ਲਿਜਾਇਆ ਜਾ ਸਕੇ ਤਾਂ ਕਿ ਪੰਜਾਬ ਸਾਡਾ ਜਿਹੜਾ ਉਹ ਤਰੱਕੀ ਕਰ ਸਕੇ। ਸੋ ਮੈਂ ਐਡਮਿਸ਼ਨ ਦੇ ਬਾਰੇ ਗੱਲ ਕਰਾਂਗਾ ਕਿ ITI ਦੇ ਵਿੱਚ ਐਡਮਿਸ਼ਨ ਆਪਾਂ ਕਿਵੇਂ ਕਰਦੇ ਆ। ਸੋ ਜਿਵੇਂ ਸਾਡੇ DDO ਸਾਹਿਬ ਤਰਲੋਚਨ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਜਿਹੜੇ ਕੋਰਸ ਹੈਗੇ ਆ ਸਾਡੇ ਕੋਲ ਵੱਖ-ਵੱਖ ਕੋਰਸ ਆ, ਸਾਲ ਦੇ ਕੋਰਸ ਵੀ ਆ, 2 ਸਾਲ ਦੇ ਵੀ ਕੋਰਸ ਹੈਗੇ ਆ ਤੇ ਉਹਨਾਂ ਲਈ ਐਡਮਿਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਸਾਰੇ ਦਾ ਸਾਰਾ ਆਨਲਾਈਨ ਆ। ਜੋ ਡਿਪਾਰਟਮੈਂਟ ਜਿਹੜਾ ਹੈਗਾ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਉਹਨਾਂ ਵੱਲੋਂ ਜਿਹੜਾ ਟੋਟਲੀ ਹੈਗਾ ਆ ਉਹ ਆਨਲਾਈਨ ਸਿਸਟਮ ਆ ਸਾਡਾ। ਬੱਚੇ ਨੂੰ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜਾ ਕੇ ਕੈਫੇ ਦੇ ਉੱਪਰ ITI www.itipunjab.nic.in ਤੇ ਜਾ ਕੇ ਤੁਸੀਂ ਘਰ ਬੈਠੇ ਵੀ ਕਰ ਸਕਦੇ ਆ। ਜੇ ਨਹੀਂ ਹੁੰਦਾ ਕੈਫੇ ਤੇ ਜਾ ਸਕਦੇ ਆ ਤੇ ਉੱਥੇ ਜਾ ਕੇ ਤੁਸੀਂ ਆਪਣਾ ਜਿਹੜੀ ਆ ਉਹ ਰਜਿਸਟ੍ਰੇਸ਼ਨ ਕਰਾਉਣੀ ਆ। ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਹੁੰਦੀ ਆ ਜਿਹੜੀ ਮੈਂ ਸਾਈਟ ਦੱਸੀ ਆ। ਸੋ ਉੱਥੇ ਰਜਿਸਟ੍ਰੇਸ਼ਨ ਕਰਵਾ ਕੇ ਉਸ ਰਜਿਸਟ੍ਰੇਸ਼ਨ ਦੇ ਲਈ ਜ਼ਰੂਰੀ ਆ ਕਿ ਤੁਹਾਡਾ ਮੋਬਾਈਲ ਨੰਬਰ ਔਰ ਈਮੇਲ ID ਜਿਹੜਾ ਤੁਸੀਂ ਕੋਰਸ ਕੰਪਲੀਟ ਹੋਣ ਤੱਕ ਜ਼ਰੂਰ ਉਹ ਰੱਖਣਾ ਆ ਕਿਉਂਕਿ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਈਮੇਲ ਤੁਹਾਡੀ ਜਿਹੜੀ ਦਿੱਤੀ ਹੋਈ ਆ ਜਾਂ ਤੁਹਾਡਾ ਜਿਹੜਾ ਮੋਬਾਈਲ ਨੰਬਰ ਵਾ ਉਹਦੇ ਤੇ ਤੁਹਾਨੂੰ ਮਿਲਦੀ ਰਹੇਗੀ। ਸੋ ਉਹ ਜਿਹੜਾ ਉੱਥੇ ਤੁਸੀਂ ਉਹ ਪਾ ਕੇ ਰਜਿਸਟ੍ਰੇਸ਼ਨ ਕਰਨੀ ਆ। ਉਸ ਤੋਂ ਬਾਅਦ ਜਿਹੜੀ ਆ ਤੁਸੀਂ ਆਪਣੇ ਫਿਰ ਖੋਲ ਕੇ ਉਹ ਪਾਸਵਰਡ ਲਗਾ ਕੇ ਆਪਣੇ ਡਾਕੂਮੈਂਟ ਉੱਪਰ ਲੋਡ ਕਰਨੇ ਆ। ਸੋ ਡਾਕੂਮੈਂਟ ਲੋਡ ਕਰਨ ਤੋਂ ਬਾਅਦ ਤੁਸੀਂ ਵੈਰੀਫਿਕੇਸ਼ਨ ਦੇ ਲਈ ਕਾਲਜ ਪੰਜਾਬ ਦਾ ਸਰਕਾਰੀ ਕੋਈ ਵੀ ਚੁਣ ਸਕਦੇ ਆ ਕਿਉਂਕਿ ਉਹ ਆਨਲਾਈਨ ਹੀ ਨਿਕਲ ਆਏਗਾ ਤੁਹਾਡੇ ਕੋਲ ਕਿ ਕਿਹੜਾ ਕਾਲਜ ਜਿਹੜਾ ਹੈਗਾ ਆ ਕਿੱਥੋਂ ਤੁਸੀਂ ਵੈਰੀਫਿਕੇਸ਼ਨ ਕਰਾਉਣੀ ਆ। ਪੰਜਾਬ ਦੇ ਕਿਸੇ ਵੀ ਸਰਕਾਰੀ ਕਾਲਜ ਤੋਂ ਜਿਹੜਾ ਗਵਰਨਮੈਂਟ ITI ਹੈ ਉੱਥੋਂ ਤੁਸੀਂ ਵੈਰੀਫਿਕੇਸ਼ਨ ਕਰਵਾ ਸਕਦੇ ਆ। ਉਹਦੇ ਉੱਪਰ ਹੀ ਸਾਰਾ ਕੁਝ ਹੈ। ਸੋ ਕਿਤੇ ਵੀ ਪੰਜਾਬ ਦੀ ITI ਦੇ ਵਿੱਚ ਐਡਮਿਸ਼ਨ ਲੈਣੀ ਹੈ ਕਿਤੇ ਵੀ ਤੁਸੀਂ ਉਹਦੀ ਵੈਰੀਫਿਕੇਸ਼ਨ ਕਰਵਾ ਸਕਦੇ ਆ। ਜੋ ਨੇੜੇ ਦੀ ITI ਉੱਥੇ ਵੀ ਕਰਵਾ ਸਕਦੇ ਆ। ਸੋ ਉੱਤੇ ਡਾਕੂਮੈਂਟ ਜਦੋਂ ਚੜ੍ਹ ਜਾਣਗੇ 100 ਰੁਪਇਆ ਤੁਹਾਡਾ ਫੀਸ ਜਿਹੜੀ ਆਨਲਾਈਨ ਕਰਨੀ ਆ। ਫਿਰ ਅਸੀਂ ਜਿਹੜੇ ਆ ਇੱਥੇ ਸਾਡੇ ਕੋਲ ਉਹ ਡਾਕੂਮੈਂਟ ਸਾਰੇ ਦੇ ਸਾਰੇ ਸਾਡੇ ਕੋਲ ਪਹੁੰਚ ਜਾਂਦੇ ਆ ਜਿੱਥੇ ਤੁਸੀਂ ਕਾਲਜ ਜਿਹੜਾ ਸਿਲੈਕਟ ਕੀਤਾ ਜਿੱਥੋਂ ਤੁਸੀਂ ਵੈਰੀਫਿਕੇਸ਼ਨ ਕਰਾਉਣੀ ਆ। ਫਿਰ ਅਸੀਂ ਉਹ ਡਾਕੂਮੈਂਟ ਚੈੱਕ ਕਰਕੇ ਜਿਹੜੇ ਉਹ ਵੈਰੀਫਿਕੇਸ਼ਨ ਜਿਹੜੀ ਆ ਤੁਹਾਡੀ ਕੰਪਲੀਟ ਕਰ ਦਿੰਦੇ। ਅਗਰ ਕੋਈ ਉਹਦੇ ਵਿੱਚ ਕੋਈ ਗਲਤੀ ਪਾਈ ਜਾਂਦੀ ਆ ਜਾਂ ਕੋਈ ਡਾਕੂਮੈਂਟ ਸਾਨੂੰ ਲੱਗਦਾ ਆ ਕਿ ਇਹਦੇ ਤੋਂ ਅਸੀਂ ਸੈਟੀਸਫਾਈ ਨਹੀਂ ਆ ਤਾਂ ਅਸੀਂ ਬੱਚਿਆਂ ਨੂੰ ਜਿਹੜੇ ਆ ਕਾਲ ਕਰਕੇ ਜਾਂ WhatsApp ਦੇ ਥਰੂ ਵੀ ਉਹਨਾਂ ਦੇ ਡਾਕੂਮੈਂਟ ਜਿਹੜੇ ਆ ਉਹ ਚੈੱਕ ਕਰ ਲੈਂਦੇ ਆ। ਵੱਧ ਤੋਂ ਵੱਧ ਜਿਹੜਾ ਬੱਚਿਆਂ ਨੂੰ ਇੱਥੇ ਫੈਸਿਲਿਟੀ ਇੱਥੇ ਦਿੱਤੀ ਜਾਂਦੀ ਆ ਕਿ ਬੱਚੇ ਜਿਹੜੇ ਆ COVID-19 ਦੇ ਕਾਰਨ ਖਰਾਬ ਨਾ ਹੋਣ। ਸੋ ਘਰ ਬੈਠੇ ਹੀ ਜਿਹੜਾ ਆ ਆਪਣਾ ਕੰਮ ਜਿਹੜਾ ਇਹ ਆਨਲਾਈਨ ਦਾ ਐਡਮਿਸ਼ਨ ਉਹ ਕਰ ਲੈਣ। ਸੋ ਜਿਵੇਂ ਉਹ ਕਰਨਗੇ ਵੈਰੀਫਿਕੇਸ਼ਨ ਹੋ ਜਾਏਗੀ ਉਸ ਤੋਂ ਬਾਅਦ ਜਿਹੜੀ ਆ ਤੁਹਾਡੀ ਚੁਆਇਸ ਖੁੱਲ ਜਾਏਗੀ। ਫਿਰ ਤੁਸੀਂ ਉਸ ਚੁਆਇਸ ਦੇ ਵਿੱਚ ਜਿਹੜਾ ਵੀ ਪੰਜਾਬ ਦਾ ਕਾਲਜ ਜਾਂ ਜਿਹੜਾ ਵੀ ਤੁਸੀਂ ਕੋਰਸ ਸਿਲੈਕਟ ਕਰਨਾ ਚਾਹੁੰਦੇ ਆ ਪਹਿਲਾ ਨੰਬਰ ਉਹ ਦਿਓ ਜਿਹੜਾ ਤੁਸੀਂ ਕੋਰਸ ਕਰਨਾ, ਦੂਸਰੇ ਤੇ ਸੈਕੰਡ ਆਪਸ਼ਨ ਦਿਓ। ਇਸ ਤਰ੍ਹਾਂ ਤੁਸੀਂ ਆਪਸ਼ਨਾਂ ਤੇ ਕਾਲਜ ਦੀਆਂ ਆਪਸ਼ਨਾਂ ਜਿਹੜੀਆਂ ਉਹ ਦੇ ਸਕਦੇ ਕਿਉਂਕਿ ਜਿਹੜੇ ਵੀ ਸਾਡੇ ਕੋਰਸ ਆ ਉਹ ਸਾਰੇ ਇੱਧਰ ਚਾਹੇ ਤੁਸੀਂ ਸਰਕਾਰੀ ਜੌਬ ਕਰਨੀ ਹੋਵੇ ਚਾਹੇ ਤੁਸੀਂ ਬਾਹਰਲੀਆਂ ਕੰਟਰੀਆਂ ਵਿੱਚ ਜਾਣਾ ਹੋਵੇ ਉਹ ਵੈਲਿਡ ਵਾ। ਉਹਨਾਂ ਦੇ ਨੰਬਰ ਬਹੁਤ ਆ, ਉਹਨੇ ਬੇਸ ਦੇ ਨਾਲ ਤੁਹਾਨੂੰ PR ਬਹੁਤ ਜਲਦੀ ਮਿਲਦੀ ਆ। ਸੋ ਇਹ ਕੋਰਸ ਜਿਹੜੇ ਆ ਇਹਨਾਂ ਦੀ ਵੈਲਿਊ ਬਹੁਤ ਆ। ਤੁਸੀਂ ਆਪਣਾ ਕੰਮ ਵੀ ਇਹ ਕਰ ਸਕਦੇ ਆ। ਤੁਸੀਂ ਉੱਥੇ ਜਾ ਕੇ ਜਦੋਂ ਤੁਹਾਡੀ ਵੈਰੀਫਿਕੇਸ਼ਨ ਹੋ ਗਈ ਚੁਆਇਸ ਭਰ ਦਿੱਤੀ ਫਿਰ ਉਹਦਾ ਡੇਟ ਵਾਈਜ਼ ਕਿਉਂਕਿ ਕਾਉਂਸਲਿੰਗ ਵਾ ਅਲੱਗ-ਅਲੱਗ ਡੇਟਾਂ ਆ। ਸੋ ਉਹ ਜਿਹੜੀ ਆ ਤੁਹਾਡਾ ਰਿਜ਼ਲਟ ਆ ਜਾਏਗਾ। ਜਦੋਂ ਰਿਜ਼ਲਟ ਆ ਜਾਏਗਾ ਤੁਸੀਂ ਆਨਲਾਈਨ ਹੀ ਫੀਸ ਤਾਰਨੀ ਆ। ਉੱਥੇ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ, ਕਾਲਜ ਦੇ ਵਿੱਚ ਕਿਸੇ ਦੇ ਆਉਣ ਦੀ ਜ਼ਰੂਰਤ ਨਹੀਂ। ਤੁਸੀਂ ਆਨਲਾਈਨ ਉੱਥੇ ਜਿਹੜੀ ਆ ਉਹ ਫੀਸ ਤਾਰ ਦੇਣੀ ਆ ਤਾਂ ਤੁਸੀਂ ਜਿਹੜੀ ਆਪਣੀ ਸੀਟ ਵਾ ਉਹ ਕਨਫਰਮ ਕਰਾ ਦੇਣੀ ਆ। ਦਿਲਬਾਗ ਜੀ ਇੱਥੇ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਵੀ ਇਹਦੇ ਨਾਲ ਡਾਕੂਮੈਂਟ ਕਿਹੜੇ ਲੱਗਣੇ ਔਰ ਕਿਹੜੀ ਬੰਦਾ ਕਿੰਨੀ ਐਜੂਕੇਸ਼ਨ ਤੱਕ ਜਿਹੜਾ ਉਹ ਬੰਦਾ ਇਹ ਕੋਰਸ ਕਰ ਸਕਦਾ? ਦੇਖੋ ਐਜੂਕੇਸ਼ਨ ਜਿਹੜੀ ਹੈ ਮੈਕਸਿਮਮ ਤਾਂ ਜਿੰਨੀ ਵੀ ਹੈ ਉਹ ਕਰ ਸਕਦਾ ਆ ਕਿਉਂਕਿ ਜੇ ਉਹਦੀ ਕੋਈ ਜਿਹੜੀ ਐਕਸਟਰਾ ਕੁਆਲੀਫਿਕੇਸ਼ਨ ਹੈਗੀ ਆ ਜਿੱਦਾਂ ਗ੍ਰੈਜੂਏਸ਼ਨ ਕੀਤੀ ਆ ਜਾਂ +2 ਕੀਤੀ ਆ ਤੇ ਉਹਦੇ ਜਿਹੜੇ ਗ੍ਰੈਜੂਏਸ਼ਨ ਦੇ ਅਸੀਂ 5 ਨੰਬਰ ਦਿੰਨੇ ਉਹਦੀ ਮੈਰਿਟ ਦੇ ਵਿੱਚ ਐਡ ਕਰ ਦਿੰਨੇ ਆ। ਅਗਰ ਉਸਨੇ +2 ਕੀਤੀ ਆ ਤਾਂ ਉਹਦੇ ਅਸੀਂ 3 ਨੰਬਰ ਐਡ ਕਰ ਦਿੰਨੇ ਆ ਜੋ ਸਾਡਾ ਸਿਸਟਮ ਹੈਗਾ ਆ। ਸੋ
ਇਹਦਾ ਜਿਹੜੇ ਸਾਡੇ ਕੋਰਸ ਆ ਉਹ ਕਈ ਉਹ ਕੋਰਸ ਹੈ ਜੋ 8ਵੀਂ ਬੇਸ ਤੇ ਆ, ਜਿਵੇਂ ਸਾਡੇ ਕੋਲ ਕਾਰਪੈਂਟਰ ਵਾ, ਪਲੰਬਰ ਵਾ, ਸਾਡੇ ਕੋਲ ਹੈਗਾ ਆ ਵੈਲਡਰ ਵਾ। ਸੋ ਇਹ ਸਾਰੇ ਦੇ ਸਾਰੇ ਕੋਰਸ ਜਿਹੜੇ ਆ ਉਹ 8ਵੀਂ ਪਾਸ ਦੇ ਹੈਗੇ ਆ। ਸੋ ਕਈ ਸਾਲ ਦੇ ਵੀ ਕੋਰਸ ਆ, 2 ਸਾਲ ਦੇ ਵੀ ਕੋਰਸ ਆ। ਟਰਨਰ ਹੋ ਗਿਆ, ਮਸ਼ੀਨਿਸਟ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਿਆ, ਸਾਡੇ ਕੋਲ ਫਿਟਰ ਹੋ ਗਿਆ, ਟਰਨਰ ਹੋ ਗਿਆ, ਰੈਫਰੀਜਰੇਸ਼ਨ 에ਅਰ ਕੰਡੀਸ਼ਨ ਹੋ ਗਿਆ, ਡਰਾਫਟਸਮੈਨ ਸਿਵਲ ਹੋ ਗਿਆ, ਸਰਵੇਅਰ ਹੋ ਗਿਆ। ਸੋ ਅਨੇਕਾਂ ਕੋਰਸ ਜਿਹੜੇ ਆ ਉਹ ਸਾਡੇ ਕੋਲ ਹੈਗੇ ਆ। ਸੋ ਉਹ 2-2 ਸਾਲ ਦੇ ਕੋਰਸ ਵਾ। ਤੁਸੀਂ ਉਹ ਜਿਹੜੇ ਆ ਉਹਨਾਂ ਦੇ ਲਈ ਜਿਹੜੇ ਆ ਕੋਰਸਾਂ ਦੇ ਲਈ ਉਹ 10ਵੀਂ ਪਾਸ ਵਾ। ਸੋ ਉਹਦੇ ਲਈ ਤੁਸੀਂ 10ਵੀਂ ਪਾਸ ਐਲੀਜੀਬਲ, ਮਿਨੀਮਮ ਐਲੀਜੀਬਿਲਟੀ ਉਹਦੀ 10ਵੀਂ ਆ। ਮਤਲਬ 8ਵੀਂ ਪਾਸ ਲਈ ਵੀ ਜਿਹੜਾ ਬੱਚਾ 8ਵੀਂ ਪਾਸ ਕੀਤੀ ਹੋਈ ਆ ਪਰ ਉਹ ਕਿਸੇ ਵਜ੍ਹਾ ਦੇ ਨਾਲ ਸਕੂਲ ਛੱਡ ਗਿਆ, ਉਹ ਸਾਡੇ ਕੋਲ ਆਣ ਕੇ 8ਵੀਂ ਪਾਸ ਵਾਲੇ ਕੋਰਸ ਜਿਹੜੇ ਉਹ ਇੱਥੇ ਕਰ ਸਕਦਾ। ਉਹਨਾਂ ਦੇ ਵਿੱਚ ਦਾਖਲਾ ਜਿਹੜਾ ਆ ਉਹ ਆਨਲਾਈਨ ਲੈ ਸਕਦਾ ਤੇ ਆਪਣੇ ਫਿਊਚਰ ਨੂੰ ਜਿਹੜਾ ਵਧੀਆ ਕਰਾ ਸਕਦਾ। ਅਗਰ ਉਹਦੀ ਮੰਨ ਲਵੋ ਕੋਈ ਬੱਚਾ ਆ ਉਹਨੂੰ ਕੀਤੀ ਉਹ ਤਾਂ ਗ੍ਰੈਜੂਏਸ਼ਨ ਆ ਪਰ ਉਹ ਕੋਰਸ ਸਾਡੇ 10ਵੀਂ ਦੇ ਬੇਸ ਤੇ ਆ ਜਾਂ 8ਵੀਂ ਦੇ, ਤਾਂ ਉਹਨੂੰ ਜਿਹੜੀ ਮੈਰਿਟ ਬਣੇਗੀ, ਕਿਉਂਕਿ ਮੈਰਿਟ ਬੇਸ ਦੇ ਨਾਲ ਇੱਥੇ ਐਡਮਿਸ਼ਨ ਮਿਲਦੀ ਆ, ਉਹਨੂੰ ਉਹਦਾ ਐਕਸਟਰਾ ਬੈਨੀਫਿਟ ਜਿਹੜੇ ਉਹ ਐਕਸਟਰਾ ਨੰਬਰ ਹੈਗੇ ਆ, ਜਿਵੇਂ ਮੈਂ ਦੱਸਿਆ 2 ਨੰਬਰ ਜਾਂ 3 ਨੰਬਰ 5 ਨੰਬਰ ਇਸ ਤਰ੍ਹਾਂ ਇਹ ਐਡ ਹੋ ਜਾਂਦੇ ਆ ਇਹਦੇ ਵਿੱਚ। ਇਹਦੇ 'ਚ ਇੱਕ ਤੁਹਾਡੇ ਕੋਲ ਪੁੱਛਾਂਗੇ ਦਿਲਬਾਗ ਸਿੰਘ ਜੀ, ਇਹਦੇ 'ਚ ਕੋਈ ਕੋਟੇ ਵੀ ਹੈਗੇ ਕਿ ਜਨਰਲ ਇੰਨੇ % ਹੋਣੇ ਚਾਹੀਦੇ, SC ਇੰਨੇ %, BC ਇੰਨੇ % ਹੋਣੇ ਚਾਹੀਦੇ ਆ? ਬਿਲਕੁਲ ਜੀ, ਜੋ ਸਰਕਾਰ ਦੀਆਂ ਗਾਈਡਲਾਈਨਾਂ, ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਭ ਨੂੰ ਜਿਹੜਾ ਹੈਗਾ ਆ ਜੋ ਰਿਜ਼ਰਵੇਸ਼ਨ ਦਾ ਕੋਟਾ ਆ, ਚਾਹੇ SC ਆ, BC ਆ, ਚਾਹੇ ਐਕਸ ਸਰਵਿਸਮੈਨ ਵਾ, ਚਾਹੇ ਉਹ ਜਿਹੜਾ ਹੈਗਾ ਖੇਡ ਕੋਟੇ ਦੇ ਵਿੱਚ ਆਉਂਦਾ ਆ ਜਾਂ ਫਰੀडम ਫਾਈਟਰ ਹੈਗਾ ਆ, ਸਾਰਿਆਂ ਦੇ ਲਈ ਕੋਟੇ ਆ। ਜਿਵੇਂ ਪੰਜਾਬ ਗੌਰਮੈਂਟ ਦਾ ਰੂਲ ਹੈਗਾ ਉਸੇ ਤਰ੍ਹਾਂ ਇਹਦੇ ਵਿੱਚ ਕੋਟਾ ਆ। ਲੜਕੀਆਂ ਲਈ 33% ਸੀਟਾਂ ਜਿਹੜੀਆਂ ਇਹ ਸਾਰੀਆਂ ਦੀਆਂ ਸਾਰੀਆਂ ਰਿਜ਼ਰਵ ਆ, ਔਰ ਬਾਅਦ ਵਿੱਚ ਜਦੋਂ ਲਾਸਟ ਕਾਉਂਸਲਿੰਗਾਂ ਚੱਲਦੀਆਂ ਆ, ਫਿਰ ਜਦੋਂ ਨਹੀਂ ਕੋਈ ਆਉਂਦਾ ਆ, ਫਿਰ ਉਹ ਜਿਹੜੀ ਰਿਜ਼ਰਵੇਸ਼ਨ ਤੋੜ ਕੇ ਜਿਹੜੀ ਆ ਉਹ ਓਪਨ ਕਰ ਦਿੱਤੀ ਜਾਂਦੀ, ਫਿਰ ਜਿਹੜਾ ਮਰਜ਼ੀ ਉਹਦੇ ਵਿੱਚ ਆਣ ਕੇ ਐਡਮਿਸ਼ਨ ਲੈ ਸਕਦਾ ਹੈ। ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਇਕੱਲੇ ਜਲੰਧਰ ਦੇ ਜਿਹੜੇ ਨਿਵਾਸੀ ਉਹਨਾਂ ਵਾਸਤੇ ਨਹੀਂ, ਇਹ ਪੂਰੇ ਪੰਜਾਬ ਵਿੱਚ ਜਿਹੜੇ ITI ਕਾਲਜ ਆ ਉਹਨਾਂ ਵਿੱਚ ਐਡਮਿਸ਼ਨ ਲੈਣ ਵਾਸਤੇ ਪੂਰੇ ਪੰਜਾਬ ਲਈ ਜਿਹੜੇ ਵੀ ਗਰੀਬ ਜਨਤਾ ਜਿਹੜੇ ਕੋਰਸ ਕਰਨਾ ਚਾਹੁੰਦੇ ਆ, ਜਿਹੜੇ ਕੋਈ ਵੱਡੀਆਂ ਫੀਸਾਂ ਦੇ ਕੇ ਨਹੀਂ ਪੜ੍ਹਨਾ ਚਾਹੁੰਦੇ ਔਰ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਆ, ਕਿਉਂਕਿ ਗਵਰਨਮੈਂਟ ਸਰਟੀਫਿਕੇਟ ਇਹਨਾਂ ਨੂੰ ਮਿਲਣਾ, ਇਹਦੀ ਵੈਲਿਊ ਬਹੁਤ ਹੈ। ਸੋ ਇਹ ਸਾਰੀ ਜਾਣਕਾਰੀ ਇਕੱਲੇ ਜਲੰਧਰ ਲਈ ਨਹੀਂ ਹੈ, ਪੂਰੇ ਪੰਜਾਬ ਦੇ ITI ਕਾਲਜਾਂ ਵਾਸਤੇ ਆ। ਅਸੀਂ ਗਲੋਬਲ ਅਵੇਅਰਨੈਸ ਨਿਊਜ਼ ਦੇ ਮਾਧਿਅਮ ਤੇ ਜਿਹਨੂੰ ਵੀ ਇਹ ਜਾਣਕਾਰੀ ਪਹੁੰਚੀ ਉਹ ਇਸ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਕੇ ਆਪਣੇ ਜਿਹੜੀ ਆ ਉਹ ਕੋਰਸ ਕਰ ਸਕਦਾ। ਧੰਨਵਾਦ ਜੀ।